हाँ जी डियर स्टूडेंट्स, ਅੱਜ ਆਪਾਂ ਲੈ ਕੇ ਆਏ ਈਟੀਟੀ ਫਸਟ ਈਅਰ ਦਾ। ਮੈਂ ਲੈ ਕੇ ਆਇਆ ਤੁਹਾਡੇ ਲਈ ਕੰਟੈਂਪਰੇਰੀ ਇੰਡੀਅਨ ਸੋਸਾਇਟੀ, ਸਮਕਾਲੀਨ ਭਾਰਤੀ ਸਮਾਜ। ਇਸ ਵਿਸ਼ੇ ਦਾ ਟੌਪਿਕ ਦੂਜਾ। ਪਹਿਲੇ ਟੌਪਿਕ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ? ਬਸਤੀਵਾਦ ਕੀ ਹੁੰਦਾ, ਭਾਰਤ ਦੇ ਵਿੱਚ ਬਸਤੀਵਾਦ ਦੀ ਕੀ ਸਥਿਤੀ ਸੀ, ਕਿਵੇਂ ਸ਼ੁਰੂਆਤ ਹੋਈ, ਕਿਹੜੇ ਕਿਹੜੇ ਪ੍ਰਭਾਵ ਪਏ। ਅੱਜ ਆਪਾਂ ਪੜ੍ਹਨਾਗਾ, ਅੱਜ ਦਾ ਜਿਹੜਾ ਆਪਣਾ ਟੌਪਿਕ ਆ, ਇਫੈਕਟ ਆਫ ਕਲੋਨੀਅਲਿਜ਼ਮ ਔਨ ਇੰਡੀਅਨ ਇਕੋਨੋਮੀ। ਠੀਕ ਹੈ, ਬਸਤੀਵਾਦ ਦਾ ਭਾਰਤੀ ਅਰਥ ਵਿਵਸਥਾ ਉੱਪਰ ਪ੍ਰਭਾਵ ਹੋਣਾ ਸੀ ਦਾ ਨਹੀਂ। ਠੀਕ ਹੈ, ਬਸਤੀਵਾਦ ਦਾ ਭਾਰਤੀ ਅਰਥ ਵਿਵਸਥਾ ਉੱਪਰ ਕੀ ਪ੍ਰਭਾਵ ਪਿਆ। ਅਰਥ ਵਿਵਸਥਾ ਤੁਸੀਂ ਸਮਝਦੇ ਹੋਵੋਗੇ। ਦੇਖੋ, ਫਾਈਨੈਂਸ਼ੀਅਲੀ ਮੈਟਰ ਤੋਂ ਭਾਰਤ ਦੇ ਉੱਪਰ ਕੀ ਪ੍ਰਭਾਵ ਪਿਆ ਬਸਤੀਵਾਦ ਦਾ। ਬਸਤੀਵਾਦ ਕੀ ਸੀ, ਰਿਮਾਈਂਡ ਕਰੋ ਨਾ। ਦੇਖੋ, ਬ੍ਰਿਟਿਸ਼ ਲੋਕ ਆਏ ਭਾਰਤ ਦੇ ਵਿੱਚ ਆ ਕੇ ਆਪਣੀਆਂ ਬਸਤੀਆਂ ਦੀ ਸਥਾਪਨਾ ਕੀਤੀ। ਸ਼ੁਰੂਆਤ ਈਸਟ ਇੰਡੀਆ ਕੰਪਨੀ ਤੋਂ ਹੋਈ ਸੀ। ਹੌਲੀ ਹੌਲੀ ਉਹਨਾਂ ਨੇ ਪੂਰਾ ਕਬਜ਼ਾ ਕਰ ਲਿਆ ਸੀ। ਫਿਰ ਭਾਰਤ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ ਸੀ। ਠੀਕ ਹੈ, ਅੱਜ ਆਪਾਂ ਇਹ ਪੜ੍ਹਨਾ ਹੁਣ ਜਿਹੜੇ ਬਸਤੀਵਾਦ ਦੇ ਦੌਰਾਨ ਲੋਕ ਆਏ, ਬਸਤੀਵਾਦ ਦੇ ਦੌਰਾਨ ਈਸਟ ਇੰਡੀਆ ਕੰਪਨੀ ਆਈ, ਉਹਦਾ ਸਾਡੀ ਭਾਰਤ ਦੀ ਅਰਥ ਵਿਵਸਥਾ ਤੇ ਕੀ ਪ੍ਰਭਾਵ ਪਿਆ। ਇਹ ਪੜ੍ਹਦੇ ਆ ਆਪਾਂ, ਟਾਈਮ ਨਹੀਂ ਖਰਾਬ ਕਰਦੇ, ਚੱਲਦੇ ਆ ਟੌਪਿਕ ਤੇ। ਭਾਰਤੀ ਅਰਥ ਵਿਵਸਥਾ ਉੱਪਰ ਬਸਤੀਵਾਦ ਦਾ ਕੀ ਪ੍ਰਭਾਵ ਪਿਆ। ਦੇਖੋ, ਪੜਾਂਗੇ, ਲਾਈਨ ਟੂ ਲਾਈਨ ਪੜਾਂਗੇ, ਨਾਲ ਨਾਲ ਸਮਝਾਂਗੇ। ਬ੍ਰਿਟਿਸ਼ ਤੋਂ ਈਸਟ ਇੰਡੀਆ ਕੰਪਨੀ ਦਾ ਆਗਮਨ ਦਾ ਮੁੱਖ ਉਦੇਸ਼। ਈਸਟ ਇੰਡੀਆ ਕੰਪਨੀ ਕਿਉਂ ਆਈ ਸੀ ਭਾਰਤ ਦੇ ਵਿੱਚ? ਆਪਣੀ ਵਪਾਰਕ ਸਥਿਤੀ ਨੂੰ ਵਧੀਆ ਬਣਾ ਕੇ, ਮਜ਼ਬੂਤ ਬਣਾ ਕੇ ਦੇਸ਼ ਦੇ ਵਿੱਚੋਂ ਲਾਭ ਉਠਾਉਣਾ ਜ਼ਿਆਦਾ ਤੋਂ ਜ਼ਿਆਦਾ। ਭਾਵ ਈਸਟ ਇੰਡੀਆ ਕੰਪਨੀ ਦਾ ਮੁੱਖ ਉਦੇਸ਼ ਕੀ ਸੀ? ਭਾਰਤ ਦੇ ਵਿੱਚੋਂ ਪੈਸਾ ਕਮਾਉਣਾ। ਠੀਕ ਹੈ, ਇਸ ਲਈ ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੇ ਉਦਯੋਗਾਂ ਦੀ ਸਥਾਪਨਾ ਕੀਤੀ। ਉਦਯੋਗ ਸਥਾਪਿਤ ਕਰ ਲਏ, ਕੰਪਨੀਆਂ ਲਗਾ ਲਈਆਂ, ਫੈਕਟਰੀਆਂ ਲਗਾ ਲਈਆਂ। ਹੁਣ ਆਪਣੇ ਹੀ ਦੇ ਭਾਰਤ ਦੇਸ਼ ਦੇ ਵਿੱਚੋਂ ਹੀ ਕੱਚਾ ਮਾਲ ਵੀ ਖਰੀਦ ਲਿਆ ਬਹੁਤ ਸਸਤੇ ਮੁੱਲ ਤੇ ਲੇਬਰ ਵੀ, ਮਤਲਬ ਕਰਮਚਾਰੀ ਵੀ ਭਾਰਤ ਦੇ ਵਿੱਚੋਂ ਲੈ ਲਏ ਸਸਤੇ ਮੁੱਲ ਤੇ। ਭਾਰਤ ਦੇ ਵਿੱਚ ਹੀ ਚੀਜ਼ ਪੈਦਾ ਕਰਤੀ, ਪਰ ਵੇਚੀ ਕਿੱਥੇ? ਇੰਗਲੈਂਡ ਦੇ ਵਿੱਚ। ਵਧੀਆ ਲਾਭ ਕਮਾਇਆ। ਠੀਕ ਹੈ, ਤਾਂ ਹੁਣ ਤੁਸੀਂ ਦੇਖੋ ਭਾਰਤ ਦੇ ਵਿੱਚ ਕਮਾਈ ਦੀ ਘਟ ਗਈ, ਪੈਸਾ ਘਟ ਗਿਆ। ਇਸ ਦੌਰਾਨ ਅੰਗਰੇਜ਼ਾਂ ਦੀਆਂ ਨੀਤੀਆਂ, ਇਹਨਾਂ ਦੁਆਰਾ ਕੀਤੇ ਗਏ ਆਰਥਿਕ ਫੈਸਲਿਆਂ ਨੂੰ ਭਾਰਤ ਦੇਸ਼ ਦੇ ਆਰਥਿਕ ਪੱਖ ਉੱਪਰ ਵੱਡਾ ਪ੍ਰਭਾਵ ਪਾਇਆ। ਮਤਲਬ ਹੁਣ ਅੰਗਰੇਜ਼ ਆਪਦੀ ਮਰਜ਼ੀ ਕਰਨ ਲੱਗ ਗਏ, ਪੈਸੇ ਨਾਲ ਸੰਬੰਧਿਤ ਫੈਸਲੇ ਲੈਣ ਲੱਗ ਗਏ, ਬਾਹਰ ਮਾਲ ਵੇਚਣ ਲੱਗ ਗਏ, ਪੈਸਾ ਦੋ ਕਮਾਉਣ ਲੱਗ ਗਏ, ਤੇ ਫਿਰ ਭਾਰਤ ਦੀ ਅਰਥ ਵਿਵਸਥਾ ਤੇ ਪ੍ਰਭਾਵ ਪੈਣਾ ਤਾਂ ਸੁਭਾਵਿਕ ਹੀ ਸੀ। ਤੇ ਅੱਜ ਆਪਾਂ ਪੜਾਂਗੇ ਕਿਹੜੇ ਕਿਹੜੇ ਪ੍ਰਭਾਵ ਪਏ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੰਨੀ ਗੱਲ ਜ਼ਰੂਰ ਦੱਸੂਗਾ। ਦੇਖੋ, ਭਾਰਤ ਦੇ ਉੱਪਰ ਜਿਹੜਾ ਬਸਤੀਵਾਦ ਹੋਇਆ ਨਾ, ਇਹਦੇ ਵਿੱਚ ਇਕੱਲਾ ਅਰਥ ਵਿਵਸਥਾ ਦੇ ਉੱਪਰ ਪ੍ਰਭਾਵ ਹੀ ਨਹੀਂ ਪਿਆ, ਸਾਰੇ ਪੱਖਾਂ ਦੇ ਵਿੱਚ ਹੀ ਪਿਆ ਸੀ। ਆਪਣੇ ਤਿਉਹਾਰ ਘਟਦੇ ਗਏ, ਉਹਨਾਂ ਦੇ ਤਿਉਹਾਰ ਪ੍ਰਚਲਿਤ ਹੁੰਦੇ ਗਏ। ਰਹਿਣ ਸਹਿਣ ਅੰਗਰੇਜ਼ਾਂ ਦਾ ਆਪਣੇ ਦੇਸ਼ ਦੇ ਵਿੱਚ ਲਾਗੂ ਹੋ ਗਿਆ। ਖਾਣ ਪੀਣ ਅੰਗਰੇਜ਼ਾਂ ਦਾ ਆਪਣੇ ਦੇਸ਼ ਦੇ ਵਿੱਚ ਲਾਗੂ ਹੋ ਗਿਆ। ਤਾਂ ਮਤਲਬ ਸਮਾਜਿਕ ਪੱਖ, ਧਾਰਮਿਕ ਪੱਖ, ਸੱਭਿਆਚਾਰਕ ਪੱਖ, ਸਾਰੇ ਪੱਖਾਂ ਤੇ ਪ੍ਰਭਾਵ ਪਿਆ। ਪਰ ਆਪਾਂ ਅੱਜ ਕਿਹੜਾ ਪੜ੍ਹਨਾ? ਸਿਰਫ ਅਤੇ ਸਿਰਫ ਇਕੋਨੋਮੀ ਤੇ, ਮਤਲਬ ਅਰਥ ਵਿਵਸਥਾ ਦੇ ਉੱਪਰ। ਚਲੋ, ਪਹਿਲਾ ਪੁਆਇੰਟ, ਸਵਦੇਸ਼ੀ ਉਦਯੋਗਾਂ ਦਾ ਖਾਤਮਾ। ਸਵਦੇਸ਼ੀ ਉਦਯੋਗ ਕੀ ਹੁੰਦਾ? ਨੇਟਿਵ ਇੰਡਸਟਰੀ ਕੀ ਹੁੰਦੀ ਹੈ? ਸਵਦੇਸ਼ੀ, ਸਵ, ਆਪਣੀ, ਦੇਸ਼ੀ, ਆਪਣੀ, ਲੋਕਲ। ਮਤਲਬ ਭਾਰਤ ਦੇ ਵਿੱਚ ਜਿਹੜੀਆਂ ਭਾਰਤੀ ਲੋਕਾਂ ਦੁਆਰਾ ਆਪਣੀਆਂ ਕੰਪਨੀਆਂ ਚਲਾਈਆਂ ਗਈਆਂ ਸੀ, ਉਹਨਾਂ ਦਾ ਹੌਲੀ ਹੌਲੀ ਖਾਤਮਾ ਹੁੰਦਾ ਗਿਆ। ਠੀਕ ਹੈ, ਕਿਉਂ? ਇਹਦਾ ਕੀ ਕਾਰਨ ਸੀ? ਵਿੱਚ ਪੜ੍ਹਦੇ ਹਾਂ। ਅੰਗਰੇਜ਼ਾਂ ਨੇ ਵਪਾਰ ਦੇ ਲਗਭਗ ਹਰ ਖੇਤਰ ਨੂੰ ਕਾਬੂ ਕਰਨ ਲਈ ਵੱਡੀ ਮਾਤਰਾ ਵਿੱਚ ਉਦਯੋਗ ਸਥਾਪਿਤ ਕੀਤੇ। ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਆ ਕੇ ਆਪਦੇ ਉਦਯੋਗ ਸਥਾਪਿਤ ਕਰ ਲਏ, ਪਰ ਉਹੀ ਮਤਲਬ ਜਿਹੜੇ ਪ੍ਰੋਡਕਟ ਅੰਗਰੇਜ਼ਾਂ ਨੇ ਪੈਦਾ ਕਰਨੇ ਸ਼ੁਰੂ ਕੀਤੇ, ਠੀਕ ਹੈ, ਉਹੀ ਪ੍ਰੋਡਕਟ ਭਾਰਤੀ ਲੋਕ ਵੀ ਕਰ ਰਹੇ ਸੀ ਪਹਿਲਾਂ ਤਿਆਰ। ਪਰ ਹੁਣ ਤੁਹਾਨੂੰ ਪਤਾ, ਭਾਰਤ ਦੇ ਵਿੱਚ ਜਦੋਂ ਸਵਦੇਸ਼ੀ ਜਿਹੜਾ ਉਦਯੋਗ ਸੀਗਾ, ਉਹਦੇ ਵਿੱਚ ਜ਼ਿਆਦਾਤਰ ਕਾਰੀਗਰ ਹੁੰਦੇ ਸੀ, ਉਹ ਆਪਦੇ ਹੱਥੀਂ ਚੀਜ਼ ਤਿਆਰ ਕਰਦੇ ਸੀ ਭਾਰਤ ਦੇ ਵਿੱਚ। ਠੀਕ ਹੈ, ਪਰ ਅੰਗਰੇਜ਼ਾਂ ਨੇ ਕੀ ਕੀਤਾ? ਮਸ਼ੀਨਾਂ ਲਗਾਤੀਆਂ, ਆਧੁਨਿਕ ਮਸ਼ੀਨਾਂ। ਤਾਂ ਪ੍ਰੋਡਕਟ ਦੀ ਪੈਦਾਵਾਰ ਕਿਹਦੇ ਕੋਲ ਵਾਧੂ? ਅੰਗਰੇਜ਼ਾਂ ਕੋਲ ਹੋਊਗੀ। ਤੇ ਹੌਲੀ 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 ਜਿਹੜੀਆਂ ਆਪਣੀਆਂ ਲੋਕਲ ਕੰਪਨੀਆਂ ਸੀ, ਇਹਨਾਂ ਦਾ ਦਰਜਾ ਨੀਵਾਂ ਹੁੰਦਾ ਗਿਆ, ਮਤਲਬ ਪੱਧਰ ਘਟਦਾ ਗਿਆ। ਅਰਥ ਵਿਵਸਥਾ ਆਰਥਿਕ ਤੌਰ ਤੇ ਕਮਜ਼ੋਰ ਹੁੰਦੀਆਂ ਗਈਆਂ। ਫਿਰ ਦੂਜੀ ਸਕੀਮ ਉਹਨਾਂ ਨੇ ਕੀ ਲਾਈ? ਜਿਹੜੇ ਆਪਣੇ ਦੇਸ਼ ਦੇ ਮਾਹਰ ਵਰਕਰ ਸੀ ਨਾ,
ਉਹਨਾਂ ਨੂੰ ਵੀ ਵਧੀਆ ਤਨਖਾਹ ਦੇ ਕੇ ਕਹਿੰਦੇ ਆ ਜਾਓ ਜੀ। ਮੰਨ ਲਓ ਕਿਸੇ ਦੀ ਕੰਪਨੀ ਚੱਲਦੀ ਸੀ, ਕੱਪੜਾ ਬਣਾਉਂਦਾ ਸੀ ਕੋਈ ਕਾਰੀਗਰ, ਉਹਨੂੰ ਕਹਿੰਦੇ ਤੂੰ ਕੱਪੜਾ ਬਣਾਉਣਾ ਐਡਾ ਵਧੀਆ, ਤੂੰ ਚੱਲ ਸਾਡੀ ਕੰਪਨੀ 4 ਰੁਪਏ ਲੈ ਲਈ, ਉਹ ਵੀ ਛੱਡ ਕੇ ਤੁਰ ਗਏ। ਤਾਂ ਇਹਦਾ ਮਤਲਬ ਹੌਲੀ ਹੌਲੀ ਕੀ ਹੋਇਆ, ਜਿਹੜੀਆਂ ਲੋਕਲ ਕੰਪਨੀਜ਼ ਸੀ, ਸਵਦੇਸ਼ੀ ਉਦਯੋਗ ਸੀ, ਉਹਨਾਂ ਦਾ ਖਾਤਮਾ ਹੀ ਹੋ ਗਿਆ ਲਗਭਗ। ਠੀਕ ਹੈ। ਦੂਜਾ ਪੁਆਇੰਟ, ਖੇਤੀਬਾੜੀ ਦਾ ਵਪਾਰ। ਹੁਣ ਖੇਤੀਬਾੜੀ ਦਾ ਵਪਾਰੀਕਰਨ ਮਤਲਬ ਖੇਤੀਬਾੜੀ ਪਹਿਲਾਂ ਜਿਹੜੇ ਲੋਕ ਕਰਦੇ ਸੀ ਭਾਰਤ ਦੇ, ਉਹ ਆਪਦਾ ਗੁਜ਼ਾਰਾ ਕਰਨ ਲਈ ਕਰਦੇ ਸੀ। ਭਾਵ ਜੇ ਕਿਸੇ ਖੇਤਰ ਦੇ ਲੋਕਾਂ ਨੂੰ ਕਣਕ ਦੀ ਲੋੜ ਆ ਤਾਂ ਕਣਕ ਉਗਾ ਲੈਂਦੇ ਸੀ ਤੇ ਆਪਦਾ ਖਾਂਦੇ ਸੀ ਪੀਂਦੇ ਸੀ, ਪਰ ਵਿਕਦੀ ਵੁਕਦੀ ਨਹੀਂ ਹੁੰਦੀ ਸੀ ਜ਼ਿਆਦਾ। ਪਰ 19ਵੀਂ ਸਦੀ ਦੇ ਵਿੱਚ ਭਾਰਤ ਵਿੱਚ ਖੇਤੀਬਾੜੀ ਦੇ ਖੇਤਰ ਦੇ ਵਿੱਚ ਵਪਾਰੀਕਰਨ ਹੋ ਗਿਆ, ਮਤਲਬ ਵਿਕਣ ਲੱਗ ਗਈ। ਭਾਵ ਭਾਰਤ ਦੇ ਵਿੱਚ ਸਿਰਫ ਉਹੀ ਫਸਲਾਂ ਦੀ ਪੈਦਾਵਾਰ ਜ਼ਿਆਦਾ ਸ਼ੁਰੂ ਕਰ ਦਿੱਤੀ ਗਈ ਜਿਨ੍ਹਾਂ ਦੀ ਵਪਾਰਕ ਰੂਪ ਵਿੱਚ ਮੰਗ ਜ਼ਿਆਦਾ ਸੀ। ਸਮਝ ਗਏ? ਇੱਕ ਤਾਂ ਹੁੰਦੀ ਹੈ ਰਿਕੁਆਇਰਮੈਂਟ, ਮਤਲਬ ਮੰਨ ਲਓ ਆਪਾਂ ਨੂੰ ਕਣਕ ਤੋਂ ਬਿਨਾਂ ਨਹੀਂ ਸਰਦਾ, ਆਪਾਂ ਖਾਣੀ ਆ ਦੇਖੋ ਕਣਕ, ਤਾਂ ਆਪਾਂ ਕਣਕ ਉਗਾਵਾਂਗੇ ਤੇ ਆਪਦੇ ਜਿਹੜੇ ਆਪਣਾ ਸਮਾਜ ਆ, ਆਪਣਾ ਪਿੰਡ ਆ, ਆਪਾਂ ਉਹਦਾ ਗੁਜ਼ਾਰਾ ਕਰ ਲਾਂਗੇ। ਇੱਕ ਇਹ ਤਾਂ ਸੀ ਲੋਕਲ ਪੱਧਰ ਤੇ, ਇਹ ਤਾਂ ਵਿਦਆਊਟ ਵਪਾਰੀਕਰਨ, ਇਹ 'ਚ ਵਪਾਰੀਕਰਨ ਨਹੀਂ ਹੋਇਆ। ਪਰ ਜੇ ਆਪਾਂ ਨੂੰ ਲੱਗੇ ਵੀ ਚਾਹ ਦੀ ਮੰਨ ਲਓ ਖੇਤੀ ਹੈ, ਜੇ ਉਹ ਕਰਾਂਗੇ, ਚਾਹ ਮਹਿੰਗੀ ਬਹੁਤ ਵਿਕਦੀ ਆ, ਫਿਰ ਪੈਸੇ ਦਾ ਲਾਲਚ ਹੋ ਗਿਆ ਨਾ ਵੇਚਣ ਦੀ, ਤਾਂ ਫਿਰ ਉੱਥੇ ਉਸ ਵੇਲੇ ਵਪਾਰੀਕਰਨ ਸ਼ੁਰੂ ਹੋ ਗਿਆ। ਤਾਂ ਭਾਰਤ ਦੇ ਵਿੱਚ ਉਹੀ ਫਸਲਾਂ ਦੀ ਪੈਦਾਵਾਰ ਜ਼ਿਆਦਾ ਸ਼ੁਰੂ ਕਰ ਦਿੱਤੀ ਗਈ ਜਿਹੜੀਆਂ ਫਸਲਾਂ ਵਪਾਰਿਕ ਤੌਰ ਤੇ ਵਧੀਆ ਵਿਕਦੀਆਂ ਸੀ। ਇਹਨਾਂ ਫਸਲਾਂ ਦੀ ਕਿਹੜੀਆਂ ਸੀ? ਸੌਰੀ, ਚਾਹ, ਪਟਸਨ, ਅਫੀਮ, ਜੂਟ, ਤੇਲ ਦੇ ਬੀਜ, ਤੰਬਾਕੂ, ਗੰਨਾ ਆਦਿ। ਇਹਨਾਂ ਫਸਲਾਂ ਦੀ ਪੈਦਾਵਾਰ ਭਾਰਤ ਦੇਸ਼ ਦੇ ਲੋਕਾਂ ਦੀ ਖਪਤ ਨੂੰ ਮੁੱਖ ਰੱਖ ਕੇ ਨਹੀਂ ਕੀਤੀ ਜਾਂਦੀ ਸੀ, ਬਲਕਿ ਇਸ ਦੀ ਪੈਦਾਵਾਰ ਮਤਲਬ ਇਹ ਜਿਹੜੀ ਹੁਣ ਇਹਨਾਂ ਫਸਲਾਂ ਨੂੰ ਜਿਹੜਾ ਪੈਦਾ ਕੀਤਾ ਜਾਣ ਲੱਗ ਗਿਆ, ਉਹ ਐ ਨਹੀਂ ਸੀਗਾ ਵੀ ਆਪਣੇ ਲੋਕਲ ਪਿੰਡ ਨੂੰ ਫਾਇਦਾ ਹੋ ਜੂ ਜਾਂ ਲੋਕਲ ਸ਼ਹਿਰ ਨੂੰ ਫਾਇਦਾ ਹੋ ਜੂ, ਲੋਕਲ ਦੇਸ਼ ਨੂੰ ਫਾਇਦਾ ਹੋ ਜੂ, ਬਲਕਿ ਇਹ ਸੋਚ ਕੇ ਤਿਆਰ ਕੀਤੀਆਂ ਜਾਂਦੀਆਂ ਸੀ ਵੀ ਆਪਾਂ ਵੇਚਾਂਗੇ, ਨੈਸ਼ਨਲ ਪੱਧਰ ਤੇ, ਇੰਟਰਨੈਸ਼ਨਲ ਪੱਧਰ ਤੇ ਵੇਚਾਂਗੇ। ਵਪਾਰੀਕਰਨ ਹੋ ਗਿਆ ਸੀ। ਤੀਜਾ ਪੁਆਇੰਟ, ਭੂਮੀਕਰਨ ਨੀਤੀ। ਇਸ ਕਾਰਨ ਭੂਮੀ ਲੈਂਡ ਰੈਵਨਿਊ ਪਾਲਿਸੀ, ਇਸ ਕਾਰਨ ਕੰਪਨੀ ਨੇ ਸ਼ਾਸਕਾਂ ਦੇ ਮਾਧਿਅਮ ਰਾਹੀਂ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਭੂਮੀ ਕਰ, ਮਤਲਬ ਇਹ ਕੀ ਸੀ? ਭੂਮੀਕਰਨ ਨੀਤੀ। ਭੂਮੀ ਜ਼ਮੀਨ ਕਰ ਮਤਲਬ ਟੈਕਸ ਲੈਣ ਲੱਗ ਗਏ ਸੀ। ਅੰਗਰੇਜ਼ਾਂ ਦਾ ਸਿੱਧਾ ਅਧਿਕਾਰ ਤਾਂ ਕੋਈ ਹੈ ਨਹੀਂ ਸੀ ਈਸਟ ਇੰਡੀਆ ਕੰਪਨੀ ਦਾ ਵੀ ਆਪਾਂ ਨੂੰ ਤਾਂ ਟੈਕਸ ਲੈ ਸਕੇ, ਪਰ ਉਹਨਾਂ ਨੇ ਕੀ ਕੀਤਾ ਨਾ, ਜਿਹੜੇ ਆਪਣੇ ਰਾਜੇ ਸੀ ਉਹਨਾਂ ਦੇ ਰਾਹੀਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਟੈਕਸ ਵਸੂਲੋ, ਤੇ ਲੈਣ ਆਪ ਲੱਗ ਗਏ। ਹੁਣ ਭਾਰਤ ਦੇ ਲੋਕਾਂ ਦਾ ਮੁੱਖ ਕਿੱਤਾ ਹੀ ਖੇਤੀਬਾੜੀ ਸੀਗਾ, ਜ਼ਮੀਨਾਂ ਹੀ ਹੁੰਦੀਆਂ ਸੀ, ਜਿਸ ਕਾਰਨ ਬ੍ਰਿਟਿਸ਼ ਇੰਡੀਆ ਕੰਪਨੀ ਨੂੰ ਵਧੀਆ ਟੈਕਸ ਆਉਣ ਲੱਗ ਗਿਆ। ਠੀਕ ਹੈ, ਮੰਨ ਲਓ ਕਿੱਲਿਆਂ ਦੇ ਹਿਸਾਬ ਨਾਲ ਟੈਕਸ ਹੋਇਆ, ਮੰਨ ਲਓ ਤਾਂ ਟੈਕਸ ਹੀ ਬਹੁਤ ਇਕੱਠਾ ਹੋਣ ਲੱਗ ਗਿਆ। ਠੀਕ ਹੈ, ਇਸ ਕੰਮ ਦੇ ਵਿੱਚ ਭਾਰਤੀ ਸ਼ਾਸਕ ਵੀ ਮਤਲਬ ਭਾਰਤੀ ਰਾਜੇ ਵੀ ਨਾਲ ਮਿਲ ਗਏ ਉਹਨਾਂ ਦੇ। ਇਸ ਕਰ ਦਾ ਬੁਰਾ ਪ੍ਰਭਾਵ ਉਹਨਾਂ ਕਿਸਾਨਾਂ ਤੇ ਪਿਆ, ਕਿੰਨਾ ਤੇ ਪਿਆ? ਜਿਹੜੇ ਵਿਚਾਰੇ ਆਪਣੀ ਰੋਜੀ ਰੋਟੀ, ਤਾਂ ਹੁਣ ਦੇਖੋ ਜਿਵੇਂ ਜਿਹੜੇ ਕਿਸਾਨ ਪਹਿਲਾਂ ਹੀ ਆਪਣੀ ਰੋਜੀ ਰੋਟੀ ਬਹੁਤ ਮੁਸ਼ਕਿਲ ਨਾਲ ਕਮਾ ਰਹੇ ਸੀ, ਉਹ ਟੈਕਸ ਕਿੱਥੋਂ ਭਰਦੇ? ਟੈਕਸ ਨਾਲ ਹੋਰ ਉਹਨਾਂ ਦਾ ਫਾਈਨੈਂਸ਼ੀਅਲ ਬਰਡਨ ਪੈ ਗਿਆ। ਅੱਛਾ, ਇਸ ਤੋਂ ਇਲਾਵਾ ਜਿਹੜਾ ਲਾਰਡ ਕਾਰਨਵਾਲਿਸ ਸੀਗਾ, ਉਹਨੇ ਕੀ ਕੀਤਾ? ਬਿਹਾਰ ਤੇ ਬੰਗਾਲ ਦੇ ਵਿੱਚ ਜ਼ਿਮੀਂਦਾਰਾਂ ਨੂੰ ਕਹਿਤਾ ਨਿਸ਼ਚਿਤ ਰਾਸ਼ੀ ਨਿਸ਼ਚਿਤ ਸਮੇਂ ਲਈ, ਮਤਲਬ ਨਿਸ਼ਚਿਤ ਪੈਸਾ ਚਾਹੀਦਾ ਭਾਈ, ਉਹਨਾਂ ਦਾ ਪੈਸਾ ਚਾਹੀਦਾ, ਜਿਵੇਂ ਮਰਜ਼ੀ ਦੋ, ਭੂਮੀ ਕਰ ਦੇ ਰੂਪ ਦੇ ਵਿੱਚ ਇਕੱਠਾ ਕਰੋ। ਤਾਂ ਹੁਣ ਉਹ ਜਿਹੜਾ ਸਮਝੌਤਾ ਕੀਤਾ ਗਿਆ ਸੀ ਉਹਨੂੰ ਸਥਾਈ ਸਮਝੌਤੇ ਦਾ ਨਾਮ ਦਿੱਤਾ ਗਿਆ, ਪਹਿਲੀ ਗੱਲ। ਦੂਜੀ ਗੱਲ ਹੈ ਪੰਜਾਬ ਦੇ ਜਿਹੜੇ ਪਿੰਡ ਸੀ ਉਹਨਾਂ ਤੋਂ ਵੀ ਸਮੂਹਿਕ ਰੂਪ ਦੇ ਵਿੱਚ ਕਰ ਇਕੱਠਾ ਕੀਤਾ ਗਿਆ, ਟੈਕਸ ਇਕੱਠਾ ਕੀਤਾ ਗਿਆ, ਉਹਨੂੰ ਆਪਾਂ ਮਹਿਲ ਪ੍ਰਣਾਲੀ ਦਾ ਨਾਮ ਦਿੰਦੇ ਹਾਂ। ਮਤਲਬ ਕੁੱਲ ਮਿਲਾ ਕੇ ਭੂਮੀ ਕਰ ਇੱਕ ਨਵੀਂ ਨੀਤੀ ਆ ਗਈ ਜਿਹੜੀ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਲਾਗੂ ਕਰਤੀ ਤੇ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਲਿਆ। ਇਹਦੇ ਨਾਲ ਜਿਹੜੇ ਗਰੀਬ ਕਿਸਾਨ ਸੀ ਉਹਨਾਂ ਦਾ ਬਹੁਤ ਔਖਾ ਹੋ ਗਿਆ। ਚਲੋ ਅਗਲਾ ਪੁਆਇੰਟ ਚੌਥਾ, ਗਰੀਬੀ ਵਿੱਚ ਵਾਧਾ। ਦੇਖੋ ਹੁਣ ਤੁਸੀਂ ਵੀ ਦੇਖੋ, ਆਪਾਂ ਜਿੰਨਾ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ ਵੀ ਅੰਗਰੇਜ਼ਾਂ ਨੇ ਕੀ ਕੀਤਾ, ਗਰੀਬੀ ਪੈਦਾ ਹੋ ਗਈ, ਜਿਹਦੇ ਕਰਕੇ ਕਿਵੇਂ ਹੋਈ, ਉਹਨਾਂ ਦੇ ਆਉਣ ਨਾਲ ਗਰੀਬੀ ਕਿਵੇਂ ਪੈਦਾ ਹੋਈ? ਕਈ ਪੁਆਇੰਟ ਨੇ। ਪਹਿਲਾ ਪੁਆਇੰਟ ਮੈਂ ਤੁਹਾਨੂੰ ਦੱਸਿਆ ਸੀ, ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਉਦਯੋਗ ਸਥਾਪਿਤ ਕਰ ਲਏ, ਆਪਣੇ ਹੀ ਦੇਸ਼ ਤੋਂ ਕੱਚਾ ਮਾਲ ਸਸਤਾ ਲੈ ਕੇ, ਆਪਣੇ ਹੀ ਦੇਸ਼ ਦੀ ਸਸਤੀ ਲੇਬਰ ਲੈ ਕੇ ਜਿਹੜਾ ਪ੍ਰੋਡਕਟ ਤਿਆਰ ਹੁੰਦਾ ਸੀ ਉਹ ਇੰਗਲੈਂਡ ਦੇ ਵਿੱਚ ਵੇਚਣਾ ਸ਼ੁਰੂ ਕਰਤਾ। ਤਾਂ ਕਮਾਈ ਕਿੱਥੇ ਗਈ? ਇੰਗਲੈਂਡ 'ਚ। ਲਾਭ ਕੌਣ ਲੈ ਗਿਆ? ਇੰਗਲੈਂਡ ਵਾਲੇ। ਆਪਣੇ ਕੋਲ ਨਹੀਂ ਹੈਗਾ ਕੁਝ, ਆਪਾਂ ਨੂੰ ਫੇਰ ਉਹੀ ਸਸਤਾ ਜਿਹਾ ਮੁੱਲ ਮਿਲ ਗਿਆ ਕੱਚੇ ਮਾਲ ਦਾ। ਇਹ ਸੀਗਾ ਪਹਿਲਾ ਪੁਆਇੰਟ। ਦੂਜਾ ਪੁਆਇੰਟ ਦੇਖੋ, ਉਹਨਾਂ ਨੇ ਕੀ ਕੀਤਾ, ਭਾਰਤੀ ਲੋਕਾਂ ਨੂੰ ਜਿਹੜੇ ਸਮਾਨ ਦੀ ਜ਼ਰੂਰਤ ਸੀ, ਮੰਨ ਲਓ ਭਾਰਤ ਦੇ ਵਿੱਚ ਮੌਜੂਦ ਨਹੀਂ ਸੀ ਉਹ ਸਮਾਨ, ਤਾਂ ਉਹਨਾਂ ਨੇ ਕੀ ਕੀਤਾ, ਇੰਗਲੈਂਡ ਤੋਂ ਮੰਗਵਾਉਣਾ ਸ਼ੁਰੂ ਕਰ ਲਿਆ ਤੇ ਉਹਦੇ ਦੱਬ ਕੇ ਮਹਿੰਗੇ ਰੇਟ ਤੇ ਵੇਚਿਆ।
दूजी समस्या वो भी पैसा कितने चलिया गया, इंग्लैंड च, गरीबी होर बढ़ गई। तीजा पॉइंट, उद्योग बंद कराते, जिवें आप पिछे दस के आए हैं, हौली हौली उद्योग ही बंद हो गए तो कमाई बंद हो गई तो लोग बेरोजगार हो गए तो गरीबी आ गई। पर चौथा पॉइंट, भूमि कर वाधू का वसूलन लग गए, ਜਿਹੜੇ गरीब किसान से बेचारे होर गरीब हो गए। ठीक है, ਭਾਰਤੀਆਂ ਨੂੰ ਛੋਟੀਆਂ ਪਦਵੀਆਂ ਤੇ ਰੱਖਣਾ ਸ਼ੁਰੂ ਕਰਤਾ, ਨੌਕਰੀ ਦਿੰਦੇ ਛੋਟੇ ਪੱਧਰ ਦੀ ਨੌਕਰੀ ਦਿੰਦੇ, ਫਿਰ ਵੀ ਗਰੀਬੀ। ਤਾਂ ਹੁਣ ਤੁਸੀਂ ਦੇਖੋ ਇੰਨੇ ਤੱਤ ਸੀਗੇ ਜਿਹੜੇ ਗਰੀਬੀ ਦਾ ਕਾਰਨ ਬਣੇ। ਠੀਕ ਹੈ, ਪੰਜਵਾਂ ਪੁਆਇੰਟ, ਪੈਸੇ ਉਧਾਰ ਦੇਣ ਵਾਲਿਆਂ ਵਿੱਚ ਵਾਧਾ। ਹੁਣ ਦੇਖੋ ਭਾਰਤ ਦੇਸ਼ ਦੇ ਵਿੱਚ ਗਰੀਬੀ ਆ ਗਈ, ਪਰ ਪੈਸੇ ਦੀ ਲੋੜ ਤਾਂ ਹਰੇਕ ਨੂੰ ਆ। ਠੀਕ ਹੈ, ਉਹਦੇ ਨਾਲ ਕੀ ਹੋਇਆ, ਕਈ ਕਿਸਾਨ ਜਾਂ ਕਈ ਵਰਗ ਜਾਂ ਕਈ ਲੋਕ ਅਮੀਰ ਲੋਕਾਂ ਤੋਂ ਜਾਂ ਪੈਸਾ ਉਧਾਰ ਲੈਣ ਲੱਗ ਗਏ। ਪੜ੍ਹਦੇ ਆਪਾਂ, ਭਾਰਤ ਦੇਸ਼ ਵਿੱਚ ਬ੍ਰਿਟਿਸ਼ ਕੰਪਨੀ ਦੁਆਰਾ ਗਰੀਬ ਅਤੇ ਅਮੀਰ ਦੋਵਾਂ ਤੋਂ ਕਰ ਵਸੂਲ ਕੀਤਾ ਜਾਂਦਾ ਸੀ ਨੋ ਡਾਊਟ। ਅਤੇ ਕਈ ਕਿਸਾਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ। ਅਜਿਹੇ ਕਿਸਾਨਾਂ ਉੱਪਰ ਜਦੋਂ ਕੰਪਨੀ ਵੱਲੋਂ ਕਰ ਮੰਗਿਆ ਜਾਂਦਾ, ਜਿਹੜੇ ਗਰੀਬ ਕਿਸਾਨ ਸੀ ਉਹਨਾਂ ਨੂੰ ਜਦੋਂ ਕਿਹਾ ਜਾਂਦਾ ਭਾਈ ਟੈਕਸ ਭਰੋ, ਦਬਾਅ ਪਾਇਆ ਜਾਂਦਾ, ਤਾਂ ਉਹ ਕੀ ਕਰਦੇ, ਅਮੀਰ ਜ਼ਿਮੀਂਦਾਰ ਕੋਲੋਂ ਪੈਸਾ ਉਧਾਰ ਲੈ ਲੈਂਦੇ ਵਿਆਜ ਤੇ। ਠੀਕ ਹੈ, ਹੁਣ ਉਹ ਜਿਹੜੀ ਵਿਆਜ ਤੇ ਦਿੰਦੇ ਸੀ ਜ਼ਿਮੀਂਦਾਰ, ਉਹ ਬਹੁਤ ਵੱਡੀ ਵਿਆਜ ਦਰ ਲੈਂਦੇ ਸੀ, ਮਤਲਬ ਪੈਸਾ ਵਿਆਜ ਦਾ ਬਹੁਤ ਲੈ ਜਾਂਦੇ ਸੀ। ਤਾਂ ਜਿਹੜਾ ਕਿਸਾਨ ਸੀ ਉਹਦਾ ਪੈਸਾ ਮੁੜਦਾ ਨਹੀਂ ਸੀ ਤੇ ਜ਼ਮੀਨ ਤੇ ਕਬਜ਼ਾ ਕਰ ਲਿਆ ਜਾਂਦਾ ਸੀ। ਮਤਲਬ ਮਨੀ ਲੈਂਡਰਸ ਦੀ ਗਿਣਤੀ ਵਿੱਚ ਵਾਧਾ ਹੋਇਆ, ਪੈਸੇ ਉਧਾਰ ਦੇਣ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਠੀਕ ਹੈ, ਅੱਛਾ, ਉਦੋਂ ਬਾਅਦ ਦੇਖੋ ਛੇਵਾਂ, ਦਸਤਕਾਰੀ ਦਾ ਖਾਤਮਾ। ਦਸਤਕਾਰੀ ਹੁੰਦੀ ਆ ਹੱਥੀ ਕਲਾ। ਤੁਹਾਨੂੰ ਪਤਾ ਹੈ ਭਾਰਤ ਸ਼ੁਰੂ ਤੋਂ ਮਸ਼ਹੂਰ ਆ ਵੀ ਭਾਰਤ ਦੇਸ਼ ਦੇ ਵਿੱਚ ਹੱਥੀ ਕਲਾ ਬਹੁਤ ਜ਼ਿਆਦਾ ਕੁੱਟ ਕੇ ਭਰੀ ਵੀ ਹੈ ਲੋਕਾਂ ਦੇ ਵਿੱਚ। ਭਾਰਤ ਵਿੱਚ ਵੱਡੀ ਗਿਣਤੀ ਲੋਕ ਹੱਥੀ ਕਲਾ ਨਾਲ ਪ੍ਰੋਡਕਟ ਤਿਆਰ ਕਰਦੇ ਤੇ ਉਹਨੂੰ ਵੇਚ ਕੇ ਆਪਦਾ ਗੁਜ਼ਾਰਾ ਕਰਦੇ। ਠੀਕ ਹੈ, ਤੇ ਭਾਰਤ ਦੇ ਕਈ ਦਸਤਕਾਰੀ ਪ੍ਰੋਡਕਟ ਇਹੋ ਜਿਹੇ ਸੀਗੇ ਜਿਹੜੇ ਭਾਰਤ ਦੇ ਬਾਹਰ ਵੀ ਵਿਕਦੇ ਸੀ ਭਾਰਤ ਤੋਂ, ਪਰ ਇੰਗਲੈਂਡ ਨੇ ਕੀ ਕੀਤਾ, ਮਸ਼ੀਨਾਂ ਲਾਤੀਆਂ। ਠੀਕ ਹੈ, ਇੰਗਲੈਂਡ ਵਿੱਚ ਮਸ਼ੀਨਾਂ ਰਾਹੀਂ ਤਿਆਰ ਪ੍ਰੋਡਕਟ ਭਾਰਤ ਦੇ ਵਿੱਚ ਵੇਚਣ ਲੱਗ ਗਏ। ਠੀਕ ਹੈ, ਫਿਰ ਲੋਕ ਕਹਿੰਦੇ ਨੇ ਵੀ ਆਪਾਂ ਕੰਪਨੀ ਵਾਲਾ ਖਰੀਦੋ, ਫਿਰ ਆਪਾਂ ਬ੍ਰਾਂਡਡ ਖਰੀਦੋ, ਫਿਰ ਆਪਾਂ ਕਹਿੰਦੇ ਮਸ਼ੀਨ ਵਾਲਾ ਖਰੀਦੋ। ਫਿਰ ਨੈਚੁਰਲੀ ਗੱਲ ਹੌਲੀ ਹੌਲੀ ਦਸਤਕਾਰੀ ਤਾਂ ਖਤਮ ਹੋਣੀ ਸੀ ਨਾ। ਭਾਵ ਹੁਣ ਇਹਦੀ ਸਿੰਪਲ ਉਦਾਹਰਨ ਲੈਂਦੇ ਆ, ਆਪਣੇ ਭਾਰਤ ਦੇ ਵਿੱਚ ਮੰਨ ਲਓ ਕੋਈ ਕਾਰੀਗਰ ਆ ਜਿਹੜਾ ਕਢਾਈ ਵਾਲਾ ਕੱਪੜਾ ਬਣਾਉਂਦਾ, ਤੁਸੀਂ ਉਹ ਤੋਂ ਖਰੀਦਦੇ ਹੋ, ਇੰਡੀਆ ਦੀ ਕਮਾਈ ਇੰਡੀਆ 'ਚ ਹੀ ਰਹਿ ਗਈ, ਉਹਨੇ ਤੁਹਾਡੇ ਤੋਂ ਲੈ ਲਿਆ ਤਾਂ ਤੁਸੀਂ ਉਹ ਤੋਂ ਕੱਪੜਾ ਲੈ ਲਿਆ। ਪਰ ਜੇਕਰ ਇੰਗਲੈਂਡ ਤੋਂ ਆ ਕੇ ਕੋਈ ਬੰਦਾ ਤੁਹਾਨੂੰ ਮਸ਼ੀਨ ਰਾਹੀਂ ਤਿਆਰ ਕੀਤਾ ਕਢਾਈ ਵਾਲਾ ਕੱਪੜਾ ਦੇ ਦੇ ਤੇ ਤੁਸੀਂ ਉਹ ਤੋਂ ਖਰੀਦ ਲਓ, ਫਿਰ ਕਮਾਈ ਕਿੱਥੇ ਗਈ, ਇੰਗਲੈਂਡ ਦੇ ਵਿੱਚ। ਤੇ ਜਿਹੜਾ ਉਰੇ ਲੋਕਲ ਬਣਾ ਰਿਹਾ ਸੀ ਉਹਨੂੰ ਕਮਾਈ ਹੋਣੀ ਨਹੀਂ, ਉਹ ਹੌਲੀ ਹੌਲੀ ਕੰਮ ਛੱਡ ਗਿਆ, ਦਸਤਕਾਰੀ ਖਤਮ ਹੋ ਗਈ। ਸੱਤਵਾਂ ਪੁਆਇੰਟ, ਯਾਤਾਯਾਤ। ਹੁਣ ਜਿਹੜੀ ਬ੍ਰਿਟਿਸ਼ ਕੰਪਨੀ ਲਈ ਵਪਾਰ ਵਿੱਚ ਵਾਧਾ ਕਰਨ ਲਈ ਕੱਚੇ ਮਾਲ ਅਤੇ ਤਿਆਰ ਮਾਲ ਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣਾ ਪੈਣਾ ਹੀ ਸੀ। ਇਹ ਹੁਣ ਜਾਨਵਰਾਂ ਰਾਹੀਂ ਜਿਹੜੇ ਮਤਲਬ ਰੇੜੇ ਚੱਲਦੇ ਸੀ ਜਾਂ ਗੱਡੇ ਚੱਲਦੇ ਸੀ ਉਹਨਾਂ ਰਾਹੀਂ ਤਾਂ ਪੋਸੀਬਲ ਨਹੀਂ। ਫਿਰ ਉਹਨਾਂ ਨੇ ਅੰਗਰੇਜ਼ਾਂ ਨੇ ਰੇਲਵੇ ਨੈਟਵਰਕ ਸਥਾਪਿਤ ਕਰ ਲਿਆ। ਠੀਕ ਹੈ, ਮਤਲਬ ਯਾਤਾਯਾਤ ਦੇ ਵਿੱਚ ਵਾਧਾ ਹੋਇਆ। ਇਸ ਦੇਖੋ ਇਹ ਸੀਗੇ 7 ਪੁਆਇੰਟ। ਵੈਸੇ ਹੋਰ ਬੜੇ ਪ੍ਰਭਾਵ ਪਏ ਸੀ ਆਪਣੀ ਭਾਰਤ ਦੀ ਅਰਥ ਵਿਵਸਥਾ ਦੇ ਉੱਪਰ ਬ੍ਰਿਟਿਸ਼ ਦੁਆਰਾ ਬਸਤੀਵਾਦ ਦੀ ਸਥਾਪਨਾ ਦੇ ਕਾਰਨ। ਪਰ ਮੈਂ ਤੁਹਾਨੂੰ ਜਿਹੜੇ 7 ਦੱਸੇ ਨੇ ਮੇਨ ਨੇ, ਇਹਨੂੰ ਸਮਝੋ, ਪੜ੍ਹੋ। ਨਹੀਂ ਸਮਝ ਲੱਗਦੀ, ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੇਰਾ ਮੋਬਾਈਲ ਨੰਬਰ ਯਾਦ ਰੱਖੋ 8872060350। ਮੈਨੂੰ WhatsApp ਰਾਹੀਂ ਪਲੀਜ਼ ਮੈਸੇਜ ਕਰਕੇ ਪੁੱਛ ਸਕਦੇ ਹੋ। ਹੋਰ ਵੀ ਵੀਡੀਓਜ਼ ਨੇ ਮੇਰੇ ਕੋਲ ਤੁਹਾਡੇ ਵਿਸ਼ਿਆਂ ਦੀਆਂ, ਤੁਸੀਂ ਮੇਰੇ ਨਾਲ WhatsApp ਰਾਹੀਂ ਮੇਰੇ ਤੋਂ ਵੀਡੀਓਜ਼ ਮੰਗਵਾ ਸਕਦੇ ਹੋ। ਠੀਕ ਹੈ, ਇਸੇ ਨਾਲ ਹੀ ਦੇਖੋ ਇਹ ਵਾਲਾ ਟੌਪਿਕ ਖਤਮ ਹੁੰਦਾ। ਤੇ ਬਾਕੀ ਤੁਹਾਨੂੰ ਪਤਾ ਕਰੀਅਰ ਤੇ ਵਿਦਿਅਕ ਵਿਸ਼ਿਆਂ ਨਾਲ ਸੰਬੰਧਿਤ ਹੋਰ ਵੀਡੀਓਜ਼ ਚਾਹੀਦੀਆਂ ਨੇ ਤਾਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਸਿਰਫ ਤਾਂ ਹੀ ਕਰੋ ਜੇ ਤੁਹਾਨੂੰ ਚੈਨਲ ਅੱਛਾ ਲੱਗਦਾ। ਤੇ ਮੋਬਾਈਲ ਨੰਬਰ ਮੇਰਾ ਦਿੱਤਾ, WhatsApp ਤੇ ਵੀਡੀਓ ਮੰਗਵਾ ਸਕਦੇ ਹੋ। ਇਸੇ ਨਾਲ ਮੇਰੀ ਵੀਡੀਓ ਖਤਮ ਹੁੰਦੀ ਹੈ ਜੀ, ਧੰਨਵਾਦ।